Good morning, students. Welcome to your e-learning class. So, today we are going to read the last poem of your syllabus, Where the Mind is Without Fear, by Rabindranath Tagore. Rabindranath Tagore, the poet, was the first Asian laureate who got Nobel Prize for his writings. And he wrote this poem when Indians were struggling for their freedom from the British rule. So, where the mind is without fear, first of all, let's have the meaning of this title ਕਿ ਜਿੱਥੇ ਲੋਕ ਡਰ ਤੋਂ ਮੁਕਤ ਹੋਣ, ਜਿੱਥੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈ ਖਤਮ ਹੋ ਗਿਆ ਹੋਏ, ਫਿਰ ਐਸਾ ਜਗ੍ਹਾ ਜਿੱਥੇ ਲੋਕ ਬਿਨਾਂ ਡਰ ਤੋਂ ਰਹਿ ਰਹੇ ਹੋਣ, where the mind is without fear. So, this poem is an earnest prayer to God, where the poet prays to God to bless his motherland with that awakening freedom which may drive away all fear, divisions among men, curbs on knowledge and truth. So, ਇਹ ਜਿਹੜੀ ਕਵਿਤਾ ਇਸ ਕਵਿਤਾ ਦੇ ਵਿੱਚ ਜਿਹੜਾ ਕਵੀ ਹੈ ਉਹ ਪਰਮਾਤਮਾ ਅੱਗੇ ਬੜੇ ਤੀਬਰ ਰੂਪ ਦੇ ਨਾਲ ਉਤਸੁਕਤਾ ਦੇ ਨਾਲ ਇਹ ਪ੍ਰਾਰਥਨਾ ਕਰਦਾ ਹੈ ਕਿ ਉਸ ਦੀ ਜਿਹੜੀ ਮਾਤਰ ਭੂਮੀ ਹੈ ਉਸੇ ਦੇਸ਼ ਨੂੰ ਇੱਕ ਐਸੇ ਸੁਤੰਤਰਤਾ ਦੇ ਸਵਰਗ ਦੇ ਵਿੱਚ ਬਦਲ ਦੇਵੇ ਵਿਦ ਦੈਟ ਅਵੇਕਨਿੰਗ ਫਰੀडम ਇੱਕ ਐਸੇ ਸੁਤੰਤਰਤਾ ਦੇ ਸਵਰਗ ਦੇ ਵਿੱਚ ਬਦਲ ਦੇਵੇ ਜਿੱਥੇ ਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਡਰ ਜਿਹੜਾ ਹਮੇਸ਼ਾ ਦੇ ਲਈ ਖਤਮ ਹੋ ਜਾਏ ਜੋ ਡਿਵੀਜ਼ਨਸ ਅਮੰਗ ਮੈਨ ਨੇ ਜੋ ਲੋਕਾਂ ਦੇ ਵਿੱਚ ਵੰਡਾਂ ਪਈਆਂ ਹੋਈਆਂ ਚਾਹੇ ਉਹ ਜਾਤ ਪਾਤ ਦੇ ਆਧਾਰ 'ਤੇ ਹੈ ਧਰਮ ਦੇ ਆਧਾਰ 'ਤੇ ਹੈ ਉਹ ਸਾਰੀਆਂ ਵੰਡਾਂ ਖਤਮ ਹੋ ਜਾਣ ਔਰ ਜਿੱਥੇ ਕਰਬਸ ਔਨ ਨੌਲੇਜ ਐਂਡ ਟਰੁਥ ਜਿੱਥੇ ਜੋ ਐਸਾ ਡਰ ਖਤਮ ਹੋ ਜਾਵੇ ਐਸੀ ਸੁਤੰਤਰਤਾ ਲੋਕਾਂ ਦੇ ਵਿੱਚ ਆ ਜਾਏ ਕਿ ਜਿਹੜੇ ਉਹਨਾਂ ਦੇ ਗਿਆਨ ਹਾਸਿਲ ਕਰਨ ਦੇ ਵਿੱਚ ਜਾਂ ਸੱਚਾਈ ਨੂੰ ਬੋਲਣ ਦੇ ਰੂਪ ਦੇ ਵਿੱਚ ਜੋ ਰੁਕਾਵਟ ਬਣੀ ਹੋਈ ਹੈ ਉਹ ਚੀਜ਼ਾਂ ਖਤਮ ਹੋ ਜਾਣ ਜੋ ਗਿਆਨ ਹਾਸਿਲ ਕਰਨ ਦੇ ਰਾਹ ਵਿੱਚ ਜੋ ਚੀਜ਼ਾਂ ਰੋੜਾ ਬਣੀਆਂ ਹੋਈਆਂ ਰੁਕਾਵਟਾਂ ਬਣੀਆਂ ਹੋਈਆਂ ਉਹ ਸਭ ਖਤਮ ਹੋ ਜਾਣ He wants that God may bless his countrymen with reason, desire for perfection, and freedom from dogma and inertia. He wants, oh chanda, that God may bless his countrymen with reason, ਕਿ ਜਿਹੜਾ ਪਰਮਾਤਮਾ ਹੈ ਉਸ ਦੇ ਦੇਸ਼ ਦੇ ਲੋਕਾਂ ਨੂੰ ਤਰਕ ਦੇ ਆਧਾਰ 'ਤੇ ਕੰਮ ਕਰਨ ਦੀ ਜਿਹੜੀ ਹੈ ਬੁੱਧੀ ਜਾਂ ਸੋਚ ਜਿਹੜੀ ਉਹ ਦੇ ਲੋਕ ਤਰਕਸ਼ੀਲ ਬਣਨ ਤਰਕ ਦੇ ਆਧਾਰ 'ਤੇ ਕੰਮ ਕਰਨ ਜੋ ਜਿੱਥੇ ਲੋਕ ਸੰਪੂਰਨਤਾ ਹਾਸਿਲ ਕਰਨ ਦੇ ਲਈ ਪਰਫੈਕਸ਼ਨ ਹਾਸਿਲ ਕਰਨ ਦੇ ਲਈ ਸੰਪੂਰਨਤਾ ਹਾਸਿਲ ਕਰਨ ਦੇ ਲਈ ਬਹੁਤ ਜ਼ਿਆਦਾ ਉਤਸੁਕ ਹੋਣ ਇੱਛੁਕ ਹੋਣ ਔਰ ਜਿੱਥੇ ਐਂਡ ਏ ਫਰੀडम ਫਰੋਮ ਡੌਗਮਾ ਐਂਡ ਇਨਰਸ਼ੀਆ ਉਸ ਦੇ ਦੇਸ਼ ਦੇ ਲੋਕ ਜਿਹੜੇ ਹੈ ਜੋ ਉਸ ਦੇ ਪੁਰਾਣੇ ਰੀਤੀ ਰਿਵਾਜ ਹੈ ਜੋ ਬਿਲੀਵਸ ਹੈ ਜੋ ਉਹਨਾਂ ਦੇ ਵਿਸ਼ਵਾਸ ਹੈ ਜਾਂ ਜੋ ਇਨਰਸ਼ੀਆ ਜੋ ਲੇਜ਼ੀਨੈਸ ਹੈ ਉਸ ਤੋਂ ਛੁਟਕਾਰਾ ਜਿਹੜਾ ਉਹ ਪਾ ਲੈਣ Excuse me. Now let's start the poem. Where the mind is without fear and the head is held high. So ਕਵੀ ਪਰਮਾਤਮਾ ਅੱਗੇ ਇਹ ਪ੍ਰਾਰਥਨਾ ਕਰਦਾ ਹੈ ਕਿ ਉਸ ਦੇ ਦੇਸ਼ ਨੂੰ ਇੱਕ ਐਸੇ ਸਵਰਗ ਵਿੱਚ ਬਦਲ ਦਿੱਤਾ ਜਾਏ ਜਿੱਥੇ ਲੋਕਾਂ ਦੇ ਮਨਾਂ ਦੇ ਵਿੱਚੋਂ ਡਰ ਬਿਲਕੁਲ ਖਤਮ ਹੋ ਜਾਏ ਲੋਕ ਫੀਅਰਲੈਸ ਬਣਨ ਨਿਡਰ ਬਣਨ courageous ਬਣਨ ਉਤਸ਼ਾਹੀ ਬਣਨ ਔਰ ਐਂਡ ਦ ਹੈਡ ਇਜ਼ ਹੈਲਡ ਹਾਈ ਜਿੱਥੇ ਸਨਮਾਨ ਦੇ ਨਾਲ ਇੱਜ਼ਤ ਦੇ ਨਾਲ ਲੋਕ ਆਪਣਾ ਸਿਰ ਜਿਹੜਾ ਹਮੇਸ਼ਾ ਉੱਚਾ ਰੱਖ ਸਕਣ where the mind is without fear and the head is held high तो ਕਵੀ ਪਰਮਾਤਮਾ ਅੱਗੇ ਇਹ ਪ੍ਰਾਰਥਨਾ ਕਰਦਾ ਕਿ ਉਸ ਦੇ ਦੇਸ਼ ਨੂੰ ਇੱਕ ਐਸੇ ਸਵਰਗ ਵਿੱਚ ਬਦਲ ਦਿੱਤਾ ਜਾਏ ਜਿੱਥੇ ਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਡਰ ਬਿਲਕੁਲ ਖਤਮ ਹੋ ਜਾਏ ਲੋਕੀ ਨਿਡਰ ਬਣਨ ਉਤਸ਼ਾਹੀ ਬਣਨ ਔਰ ਜਿੱਥੇ ਸਨਮਾਨ ਦੇ ਨਾਲ ਹਮੇਸ਼ਾ ਸਿਰ ਆਪਣਾ ਉੱਚਾ ਰੱਖ ਕੇ ਚੱਲਣ where knowledge is free
ਜਿੱਥੇ ਲੋਕਾਂ ਨੂੰ ਗਿਆਨ ਜਿਹੜਾ ਉਹ ਮੁਫਤ ਮਿਲੇ। where the mind is without fear and head is held high and where knowledge is free। ਜਿੱਥੇ ਲੋਕਾਂ ਨੂੰ ਹਮੇਸ਼ਾ ਗਿਆਨ ਜਿਹੜਾ ਉਹ ਮੁਫਤ ਮਿਲੇ, ਸਿੱਖਿਆ ਜਿਹੜੀ ਹੈ, ਜੋ ਬੇਸਿਕ ਐਜੂਕੇਸ਼ਨ ਹੈ, ਉਹ ਲੋਕਾਂ ਨੂੰ ਫ੍ਰੀ ਮਿਲੇ। where the world has not been broken up into fragments by narrow domestic walls। ਔਰ ਕਵੀ ਪਰਮਾਤਮਾ ਅੱਗੇ ਇਹ ਵੀ ਪ੍ਰਾਰਥਨਾ ਕਰਦਾ ਹੈ ਕਿ ਉਸਦੇ ਦੇਸ਼ ਦੇ ਲੋਕ ਜਿਹੜੇ ਹੈ ਉਹ ਜਿਹੜੀਆਂ ਨੈਰੋ ਡੋਮੈਸਟਿਕ ਵਾਲਸ ਹੈ, ਜੋ ਤੰਗ ਘਰੇਲੂ ਦੀਵਾਰਾਂ ਹੈ, ਉਸਦੇ ਛੋਟੇ ਛੋਟੇ ਹਿੱਸਿਆਂ ਵਿੱਚ, ਫਰੈਗਮੈਂਟਸ ਵਿੱਚ ਨਾ ਵੰਡੇ ਹੋਣ। ਤੰਗ ਘਰੇਲੂ ਦੀਵਾਰਾਂ ਮੀਨਸ ਕਿ ਜਿਹੜੀ ਜਾਤ ਪਾਤ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ, ਸਿੱਖਿਆ ਦੇ ਆਧਾਰ 'ਤੇ ਜੋ ਲੋਕਾਂ ਨੇ ਦੀਵਾਰਾਂ ਖੜੀਆਂ ਕੀਤੀਆਂ ਹੋਈਆਂ, ਉਹਨਾਂ ਹਿੱਸਿਆਂ ਦੇ ਵਿੱਚ ਲੋਕ ਜਿਹੜੇ ਉਹ ਨਾ ਵੰਡੇ ਹੋਣ। ਲੋਕ ਆਪਸ ਦੇ ਵਿੱਚ ਪਿਆਰ ਦੇ ਨਾਲ ਜਿਹੜਾ ਉਹ, ਏਕਤਾ ਦੇ ਨਾਲ ਜਿਹੜਾ ਉਹ ਰਹਿੰਦੇ ਹੋਣ। where words come out from the depth of truth। ਜਿੱਥੇ ਲੋਕਾਂ ਦੇ ਜਿਹੜੇ ਐਸੇ ਸਵਰਗ ਵਿੱਚ ਬਦਲ ਦੇਵੇ। ਕਵੀ ਫਿਰ ਪ੍ਰਾਰਥਨਾ ਕਰਦਾ ਪਰਮਾਤਮਾ ਅੱਗੇ ਕਿ ਉਸਦੇ ਦੇਸ਼ ਨੂੰ ਐਸੇ ਸਵਰਗ ਦੇ ਵਿੱਚ ਬਦਲ ਦੇਵੇ ਜਿੱਥੇ ਕਿ ਲੋਕ ਜਿਹੜੇ ਹੈ ਉਹ ਉਹਨਾਂ ਦੇ ਜਿਹੜੇ ਸ਼ਬਦ ਹੈ ਉਹ ਸੱਚ ਦੀ ਗਹਿਰਾਈਆਂ ਦੇ ਵਿੱਚੋਂ ਨਿਕਲਣ। where words come out from the depth of truth। ਜਿੱਥੇ ਲੋਕਾਂ ਦੇ ਸ਼ਬਦ ਸੱਚ ਦੀ ਗਹਿਰਾਈਆਂ ਵਿੱਚੋਂ ਨਿਕਲਣ, ਯਾਨੀ ਕਿ ਲੋਕ ਜਿਹੜੇ ਹਮੇਸ਼ਾ ਸੱਚ ਬੋਲਦੇ ਹੋਣ, ਸੱਤਵਾਦੀ ਬਣਨ। where tireless striving stretches its arm towards perfection। ਜਿੱਥੇ ਲੋਕ ਹਮੇਸ਼ਾ ਸੰਪੂਰਨਤਾ ਹਾਸਿਲ ਕਰਨ ਦੇ ਲਈ, ਪਰਫੈਕਸ਼ਨ ਹਾਸਿਲ ਕਰਨ ਦੇ ਲਈ ਟਾਇਰਲੈਸ ਸਟਰਾਈਵਿੰਗਸ ਕਰਦੇ ਰਹਿਣ। ਟਾਇਰਲੈਸ ਸਟਰਾਈਵਿੰਗ ਮਤਲਬ ਅਣਥੱਕ, ਟਾਇਰਲੈਸ ਹੁੰਦਾ ਬਿਨਾਂ ਥੱਕੇ, ਅਣਥੱਕ, ਔਰ ਸਟਰਾਈਵਿੰਗ ਹੁੰਦਾ ਕੋਸ਼ਿਸ਼ਾਂ। ਜਿੱਥੇ ਲੋਕ ਜਿਹੜੇ ਉਹ ਸੰਪੂਰਨਤਾ ਹਾਸਿਲ ਕਰਨ ਦੇ ਲਈ, ਆਪਣੇ ਅਣਥੱਕ ਯਤਨ ਕਰਨ ਦੇ ਲਈ ਬਾਹਾਂ ਜਿਹੜੀਆਂ ਉਹ ਫੈਲਾਉਂਦੇ ਰਹਿਣ। ਲੋਕ ਜਿਹੜੇ ਉਹ ਮਿਹਨਤੀ ਬਣਨ, ਅਣਥੱਕ ਯਤਨ ਕਰਨ ਸੰਪੂਰਨਤਾ ਹਾਸਿਲ ਕਰਨ ਦੇ ਲਈ। where the clear stream of reason has not lost its way into the dreary desert sand of dead habit। ਜਿੱਥੇ ਕਿ ਲੋਕ ਜਿਹੜੇ ਆ ਉਹ ਤਰਕਸ਼ੀਲ ਬਣਨ, ਐਸਾ ਦੇਸ਼ ਵਿੱਚ ਬਦਲ, ਐਸੇ ਧਰਤੀ ਦੇ ਵਿੱਚ ਬਦਲਦੇ ਨੇ ਜਿੱਥੇ ਕਿ ਲੋਕ ਜਿਹੜੇ ਉਹ ਤਰਕ ਦੇ ਆਧਾਰ 'ਤੇ, ਰੀਜ਼ਨ ਦੇ ਆਧਾਰ 'ਤੇ, ਕਾਰਨ ਦੇ ਆਧਾਰ 'ਤੇ ਲੋਕ ਜਿਹੜਾ ਉਹ ਕੰਮ ਕਰਨ ਔਰ ਘਿਸੀਆਂ ਪਿੱਟੀਆਂ ਜਾਂ ਪੁਰਾਣੇ ਰੀਤੀ ਰਿਵਾਜਾਂ ਦੇ ਵਿੱਚ ਫਸ ਕੇ ਆਪਣਾ ਰਸਤਾ ਭਟਕ ਨਾ ਜਾਣ। ਤੋ ਕਵੀ ਅੱਗੇ ਫਿਰ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹੈ ਕਿ ਲੋਕ ਇੱਥੇ ਤਰਕ ਦੇ ਆਧਾਰ 'ਤੇ ਕੰਮ ਕਰਨ, ਤਰਕਸ਼ੀਲ ਬਣਨ ਔਰ ਪੁਰਾਣੀਆਂ ਜਿਹੜੀਆਂ ਘਿਸੀਆਂ ਪਿੱਟੀਆਂ ਆਦਤਾਂ, ਡੈਡ ਹੈਬਿਟਸ ਹੈ, ਜੋ ਪੁਰਾਣੀਆਂ ਆਦਤਾਂ ਹੈ, ਘਿਸੀਆਂ ਪਿੱਟੀਆਂ, ਜੋ ਪੁਰਾਣੇ ਰੀਤੀ ਰਿਵਾਜ ਹੈ, ਉਹਨਾਂ ਦੇ ਵਿੱਚ ਫਸ ਕੇ ਓਲਡ ਪ੍ਰੈਕਟਿਸਿਸ, ਉਹਨਾਂ ਦੇ ਵਿੱਚ ਫਸ ਕੇ, ਓਲਡ ਪ੍ਰੈਕਟਿਸਿਸ ਮਤਲਬ ਰੀਤੀ ਰਿਵਾਜ, ਪੁਰਾਣੇ ਰੀਤੀ ਰਿਵਾਜਾਂ ਦੇ ਵਿੱਚ ਫਸ ਕੇ ਆਪਣਾ ਰਸਤਾ ਭਟਕ ਨਾ ਜਾਣ, ਸਹੀ ਰਸਤੇ ਦੇ ਉੱਪਰ ਚੱਲਣ ਲੋਕੀ। where the mind is led forward by thee into ever widening thought and action। ਕਵੀ ਫਿਰ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹੈ ਕਿ ਉਸਦੇ ਦੇਸ਼ ਵਾਸੀ ਜਿਹੜੇ ਉਹ ਖੁੱਲੇ ਵਿਚਾਰਾਂ ਦੇ ਹੋਣ, ਉਹ ਆਪਣੇ ਵਿਚਾਰਾਂ ਅਤੇ ਕੰਮਾਂ ਦੇ ਵਿੱਚ ਵਿਸ਼ਾਲ ਬਣਨ। into ever widening thought and action। ਖੁੱਲੇ ਵਿਚਾਰਾਂ ਦੇ ਬਣਨ ਲੋਕੀ, ਤੰਗ ਵਿਚਾਰਾਂ ਵਾਲੇ ਵੀ ਨਹੀਂ, ਸੌੜੇ ਵਿਚਾਰਾਂ ਵਾਲੇ ਨਹੀਂ, ਛੋਟੀ ਸੋਚ ਵਾਲੇ ਨਾ ਬਣਨ ਔਰ ਉਹਨਾਂ ਦੀ ਸੋਚ, ਉਹਨਾਂ ਦੇ ਵਿਚਾਰ, ਉਹਨਾਂ ਦੇ ਕੰਮ ਹਮੇਸ਼ਾ ਵਿਸ਼ਾਲ ਹੋਣ। into that heaven of freedom my father let my country awake। my father ਇੱਥੇ ਪਰਮਾਤਮਾ ਨੂੰ ਕਿਹਾ। ਤਾਂ ਕਵੀ ਇਸ ਸੱਚੇ ਦਿਲ ਨਾਲ ਪ੍ਰਾਰਥਨਾ ਕਰਦਾ ਕਿ ਈਸ਼ਵਰ ਉਸਦੇ ਦੇਸ਼ ਵਾਸੀਆਂ ਦੇ ਲਈ ਜਿਹੜਾ ਰਸਤਾ ਹੈ, ਜੋ ਸਵਰਗ ਦਾ ਰਾਸਤਾ ਹੈ, ਉਸ ਨੂੰ ਰੁਸ਼ਨਾ ਦੇਵੇ ਔਰ into that heaven of freedom let my country awake। ਤੋ ਕਵੀ ਪ੍ਰਾਰਥਨਾ ਕਰਦਾ ਹੈ ਕਿ ਉਸਦਾ ਦੇਸ਼ ਸੁਤੰਤਰਤਾ ਦਾ ਇੱਕ ਸੱਚਾ ਸਵਰਗ ਜਿਹੜਾ ਉਹ ਬਣ ਜਾਵੇ। ਉਸਦੇ ਜਿਹੜਾ ਦੇਸ਼ ਦੇ ਲੋਕਾਂ ਦੇ ਲਈ ਜੋ ਰਾਸਤੇ ਹੈ, ਉਹ ਪਰਮਾਤਮਾ ਉਸ ਰਾਸਤਿਆਂ ਨੂੰ ਹਮੇਸ਼ਾ ਰੋਸ਼ਨਾਈ ਰੱਖੇ। into that heaven of freedom, ਤਾਂ ਕਿ ਉਸਦਾ ਜਿਹੜਾ ਦੇਸ਼ ਹੈ ਉਹ ਆਜ਼ਾਦੀ ਦੇ ਸਵਰਗ ਵਿੱਚ ਬਦਲ ਜਾਏ। into ਪਰਮਾਤਮਾ ਅੱਗੇ ਫਿਰ ਪ੍ਰਾਰਥਨਾ ਕਰਦਾ ਹੈ ਕਿ
ਉਸਦੇ ਦੇਸ਼ ਨੂੰ ਆਜ਼ਾਦੀ ਦੇ ਸਵਰਗ ਵਿੱਚ ਬਦਲ ਦਿੱਤਾ ਜਾਏ ਔਰ ਉਸਦੇ ਰਸਤਿਆਂ ਨੂੰ ਹਮੇਸ਼ਾ ਰੁਸ਼ਨਾ ਕੇ ਰੱਖੇ ਔਰ ਸੁਤੰਤਰਤਾ ਦਾ ਇੱਕ ਸੱਚਾ ਸਵਰਗ ਜਿਹੜਾ ਉਹ ਬਣ ਜਾਏ। ਲੈਟ ਮਾਈ ਕੰਟਰੀ ਅਵੇਕ, ਮੇਰੇ ਦੇਸ਼ ਦੇ ਲੋਕਾਂ ਨੂੰ ਇਹ ਜਾਗਰਤੀ ਆ ਜਾਣ ਕਿ ਉਹ ਹਮੇਸ਼ਾ ਸੱਚ ਦੇ ਰਾਹ 'ਤੇ ਚੱਲਣ, ਉਹਨਾਂ ਦੇ ਰਾਸਤੇ ਜਿਹੜੇ ਹੈ ਉਹ ਹਮੇਸ਼ਾ ਰੁਸ਼ਨਾਏ ਰਹਿਣ। तो into that heaven of freedom ऐसे एक आज़ादी दे स्वर्ग विच बदलते। That's all about this poem. Thank you.